ਵਾਹਿਗੁਰੂ 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 ਵਾਹਿਗੁਰੂ। ਤਿੰਨਾਂ ਗੁਣਾਂ ਵਿੱਚ ਹੋ ਕੇ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ, ਤਿੰਨਾਂ ਅਵਸਥਾਵਾਂ ਵਿੱਚ ਹੋ ਕੇ ਵੀ ਉਹ ਸਾਰੀਆਂ ਅਵਸਥਾਵਾਂ ਤੋਂ ਅਤੀਤ ਹੈ। ਉਹ ਹੈ ਇੱਕ ਓਂਕਾਰ, ਉਹਦਾ ਸਰਗੁਣ ਰੂਪ ਹੈ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਇਹ ਜੋ ਲੜੀਵਾਰ ਵਿਚਾਰ ਪਾਵਨ ਬਾਣੀ ਸ੍ਰੀ ਅਨੰਦ ਸਾਹਿਬ ਜੀ ਕੀ ਚੱਲ ਰਹੀ ਹੈ, ਹੁਣ ਤੱਕ 26 ਪੌੜੀਆਂ ਦੀ ਵਿਚਾਰ ਹੋਈ ਹੈ। ਅੱਜ 27ਵੀਂ ਪੌੜੀ ਤੋਂ ਵਿਚਾਰ ਆਰੰਭ ਕਰਾਂਗੇ। ਆਓ ਪਹਿਲਾਂ ਮੂਲ ਪਾਠ ਨਾਲ ਜੁੜੀਏ, ਫਿਰ ਜੈਸੇ ਜੈਸੇ ਸਤਿਗੁਰ ਕਿਰਪਾ ਕਰਨਗੇ ਪਹਿਲਾਂ ਪੌੜੀ ਦਾ ਮੂਲ ਪਾਠ। ਸਤਨਾਮ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆ ਰਹਿਣ ਵਿਹਾਨੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸਨੋ ਅੰਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਨੀ। ਕਹੈ ਨਾਨਕ ਸੋ ਤਤ ਪਾਏ, ਜਿਸਨੋ ਅੰਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਨੀ। ਇਸ ਪਾਵਨ ਪੌੜੀ ਵਿੱਚ ਗੁਰਦੇਵ
ਉਸ ਤत्व ਗਿਆਨ ਦੀ ਗੱਲ ਕਰ ਰਹੇ ਹਨ ਜਿਸ ਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਅਲਟੀਮੇਟ ਰਿਐਲਿਟੀ, ਤੇ ਜਿਸ ਤੱਕ ਪਹੁੰਚਣਾ ਮਨੁੱਖ ਮਾਤਰ ਦਾ ਉਦੇਸ਼ ਹੈ। ਮਨੁੱਖਾ ਜੀਵਨ ਮਿਲਿਆ ਹੀ ਉਸ ਪ੍ਰਭੂ ਦੀ ਪ੍ਰਾਪਤੀ, ਉਸ ਤत्व ਗਿਆਨ ਦੀ ਪ੍ਰਾਪਤੀ ਵਾਸਤੇ। ਗਿਆਨ ਭਾਵ ਉਸ ਵਿੱਚ ਲੀਨ ਹੋ ਗਏ। ਤत्व ਗਿਆਨ, ਤत्व ਇੱਕ ਹੀ ਹੈ, ਉਹ ਹੈ ਆਪ ਪਾਰ ਬ੍ਰਹਮ ਪਰਮੇਸ਼ਰ। ਇੱਥੇ ਗੁਰਦੇਵ ਕਿਰਪਾ ਕਰਦੇ ਹਨ, ਉਹ ਯਤਨ ਜੋ ਆਮ ਤੌਰ 'ਤੇ ਇਨਸਾਨ ਕਰਦੇ ਹਨ ਪਰ ਪਹੁੰਚ ਨਹੀਂ ਪਾਉਂਦੇ। ਤੇ ਪਹੁੰਚਣ ਦਾ ਮਾਰਗ ਪਿਛਲੀ ਪੌੜੀ ਵਿੱਚ ਗੁਰਦੇਵ ਨੇ ਅਖੀਰਲੀਆਂ ਪੰਕਤੀਆਂ ਵਿੱਚ ਆਪ ਕਿਰਪਾ ਕੀਤੀ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਇੱਕ ਸਿਉ ਲਿਵ ਲਾਏ। ਗੁਰਮੁਖ ਉਹ ਹੈ ਜਿਹਨੂੰ ਇੱਕ ਨਾਲ ਲਿਵ ਲਗਾ ਦੇਵੇ, ਜਿਹਦੀ ਲਿਵ ਲੱਗ ਗਈ ਉਹ ਫਿਰ ਉਸਦੇ ਹੁਕਮ ਨੂੰ ਬੁੱਝ ਕੇ ਹੁਕਮ ਵਿੱਚ ਸਮਾ ਗਿਆ, ਭਾਵ ਤੱਤ ਨੂੰ ਪਾ ਗਿਆ। ਇੱਥੇ ਗੁਰਦੇਵ ਆਰੰਭਿਕ ਪੰਕਤੀਆਂ ਵਿੱਚ ਕਹਿ ਰਹੇ ਹਨ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ, ਤਤੈ ਸਾਰ ਨ ਜਾਣੀ। ਤਤੈ ਸਾਰ ਨ ਜਾਣੀ ਗੁਰੂ ਬਾਝੋਂ, ਤਤੈ ਸਾਰ ਨ ਜਾਣੀ। ਉਸ ਤत्व ਗਿਆਨ ਦੀ ਪ੍ਰਾਪਤੀ ਲਈ ਜੋ ਪੁਰਾਤਨ ਧਰਮ ਗ੍ਰੰਥਾਂ ਦੀ ਪੜਚੋਲ ਕਰਦੇ ਹਨ, ਵਿਚਾਰ ਕਰਦੇ ਹਨ, ਖੋਜ ਕਰਦੇ ਹਨ। 27 ਸਿਮਰਤੀਆਂ ਹਨ, 6 ਸ਼ਾਸਤਰ ਹਨ। ਪਾਤਸ਼ਾਹ ਹੋਰ ਵੀ ਕਈ ਧਰਮ ਗ੍ਰੰਥ ਹਨ ਤੇ ਗੁਰਦੇਵ ਉਹਦੇ ਵੱਲ ਇਸ਼ਾਰਾ ਕਰ ਰਹੇ ਹਨ ਕਿ ਉਹਨਾਂ ਨੂੰ ਪੜ੍ਹਨ ਸੁਣਨ ਵਾਲੇ ਪੁੰਨ ਤੇ ਪਾਪ ਦੀ ਤੇ ਬਹੁਤ ਵਿਚਾਰ ਕਰਦੇ ਹਨ। ਆਪਸ ਵਿੱਚ ਇੱਕ ਦੂਜੇ ਤੇ ਹਾਵੀ ਹੋਣ ਲਈ ਬਹਿਸਾਂ ਵੀ ਕਰਦੇ ਹਨ। ਜਿਸ ਤਰ੍ਹਾਂ ਕਬੀਰ ਸਾਹਿਬ ਨੇ ਤਿਲੰਗ ਰਾਗ ਵਿੱਚ ਸ਼ਬਦ ਕਿਹਾ ਨਾ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜੂਰ ਖੁਦ ਆਏ। ਇਹ ਵੇਦਾਂ ਕਤੇਬਾਂ ਸ਼ਾਸਤਰਾਂ ਦੇ ਪਠਨ ਸੁਣਨ ਨਾਲ ਤत्व ਗਿਆਨ ਦੀ ਪ੍ਰਾਪਤੀ ਕੇਵਲ ਪਠਨ ਸੁਣਨ ਨਾਲ ਨਹੀਂ ਹੋਏਗੀ। ਉਹ ਤਾਂ ਫਿਰ ਹੋਰ ਅਹੰਕਾਰ ਹੋ ਗਿਆ, ਮੈਂ ਇੰਨੇ ਸ਼ਾਸਤਰ ਪੜ੍ਹ ਲਏ ਤੇ ਫਿਰ ਅੰਦਰ ਬੇਚੈਨੀ ਬਣੀ ਰਹੀ, ਫਿਰ ਇੱਕ ਦੂਜੇ ਨਾਲ ਬਹਿਸਾਂ ਮੁਬਹਿਸਾਂ। ਲੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਤ ਬਕਾएं, ਹਕ ਸੱਚ ਖਾਲਕ ਖਲਕ में आने, श्याम मूरत ना है। ਬੰਦੇ ਖੋਜ ਦਿਲ ਹਰ ਰੋਜ਼, ਕਬੀਰ ਸਾਹਿਬ ਤਿਲੰਗ ਰਾਗ ਦਾ ਸ਼ਬਦ ਹੈ ਕਿ ਇਹਦੇ ਨਾਲ ਤੇ ਹੰਕਾਰ ਹੋਰ ਵੱਧ ਗਿਆ। ਕੇਵਲ ਪਠਨ ਸੁਣਨ ਨਾਲ ਜੇ ਤत्व ਦੀ ਖੋਜ ਨਹੀਂ ਕੀਤੀ, ਜੇ ਮਨ ਨੂੰ ਟਿਕਾ ਕੇ ਉਸ ਨਾਲ ਲਿਵ ਨਹੀਂ ਜੋੜੀ, ਜੇ ਗੁਰੂ ਉਪਦੇਸ਼ ਨੂੰ ਲੈ ਕੇ ਨਾਮ ਵਿੱਚ ਲਿਵ ਨਹੀਂ ਜੁੜੀ, ਤੇ ਫਿਰ ਤत्व ਦੀ ਪ੍ਰਾਪਤੀ ਨਹੀਂ ਹੋ ਸਕਦੀ, ਹੰਕਾਰ ਹੋਰ ਵੱਧ ਜਾਏਗਾ। ਇਸ ਤਰ੍ਹਾਂ ਪਾਤਸ਼ਾਹ ਨੇ ਬਾਣੀ ਵਿੱਚ ਸ਼ਬਦ ਹੈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ, ਅਧਕ ਅਹੰਗ ਬੁੱਧ ਬਾਧੇ। ਹੋਰ ਹੰਕਾਰ ਹੋ ਗਿਆ, ਮੈਨੇ ਪਾਠ ਕੀਤੇ, ਮੈਂ ਨਾ ਪਾਠ ਪੜ੍ਹਿਆ। ਮਸਕੀਨ ਜੀ ਯਾਨੀ ਸੰਤ ਸਿੰਘ ਜੀ ਮਸਕੀਨ, ਪੰਥ ਰਤਨ, ਗੁਰਮਤਿ ਦੇ ਬਹੁਤ ਵੱਡੇ ਵਿਦਵਾਨ, ਉਹ ਇੱਕ ਵਾਰੀ ਆਪਣੀ ਕਥਾ ਵਿੱਚ ਸੁਣਾ ਰਹੇ ਸਨ ਕਿ ਕਹਿੰਦੇ ਨਹੀਂ, ਗੁਰਸਿੱਖ ਮਿਲਿਆ ਬੰਗਲਾ ਸਾਹਿਬ ਦਿੱਲੀ
ਕਹਿੰਦਾ ਮਸਕੀਨ ਜੀ ਕਿੰਨੇ ਸਾਲ ਹੋ ਗਏ ਨੇ ਮੈਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਔਰ ਕਦੀ ਨਾਗਾ ਨਹੀਂ ਪਾਇਆ। ਮਸਕੀਨ ਜੀ ਘੂਰ ਕੇ ਉਹਦੀ ਨਿਗਾਹ ਵੱਲ ਦੇਖਿਆ, ਕਹਿਣ ਲੱਗੇ ਭਾਈ ਮੈਨੂੰ ਤੇ ਕੋਈ ਇੱਕ ਪੰਕਤੀ ਵੀ ਨਜ਼ਰ ਨਹੀਂ ਆਈ ਤੇਰੇ ਅੰਦਰ। ਪੜ੍ਹਿਆ ਤੂੰ ਜ਼ਰੂਰ ਹੋਏਗਾ, ਪਾਠ ਤੂੰ ਜ਼ਰੂਰ ਕਰਦਾ ਹੋਏਗਾ, ਪਰ ਉਹ ਝਲਕਣਾ ਵੀ ਤੇ ਚਾਹੀਦਾ ਹੈ ਨਾ। ਤੇਰੇ ਚਿਹਰੇ ਤੋਂ ਤਾਂ ਪਤਾ ਲੱਗ ਰਿਹਾ ਤੂੰ ਤੇ ਅਜੇ ਭਟਕਣ ਹੀ 'ਚ ਹੀ ਹੈ, ਤੂੰ ਤੇ ਐਸੇ ਹੰਕਾਰ ਹੀ 'ਚ ਹੀ ਹੈ ਕਿ ਮੈਂ ਰੋਜ਼ ਪਾਠ ਕਰਨਾ। ਸ਼ਰਮਿੰਦਾ ਹੋ ਗਿਆ। ਇੱਕ ਸੱਚਾਈ ਹੈ, ਕਈ ਵਾਰੀ ਬਾਣੀ ਪੜ੍ਹਨ ਦਾ, ਬਾਣੀ ਕੰਠ ਕਰ ਲੈਣ ਦਾ ਵੀ ਹੰਕਾਰ ਹੋ ਜਾਂਦਾ ਹੈ। ਮੈਂ ਸਾਰੀ ਬਾਣੀ ਕੰਠ ਕੀਤੀ, ਉਹ ਤੇ ਕੰਪਿਊਟਰ ਦੀ ਚਿਪ ਵਿੱਚ ਵੀ ਰਿਕਾਰਡ ਹੋ ਜਾਂਦੀ ਹੈ। ਪਿਆਰੀ ਸਾਧ ਸੰਗਤ, ਬਾਣੀ ਕੰਠ ਕਰਨਾ ਜ਼ਰੂਰੀ ਹੈ। ਸਿਆਣੇ ਕਹਿੰਦੇ ਸਨ ਮਾਇਆ ਗੰਠ ਮੇਂ ਬਾਣੀ ਕੰਠ ਮੇਂ। ਹੁਣ ਯਾਤਰਾ 'ਤੇ ਜਾ ਰਹੇ ਹੋ, ਨਹੀਂ ਗੁਟਕਾ ਕੋਲ, ਅਤੇ ਜੇ ਬਾਣੀ ਕੰਠ ਨਹੀਂ ਹੋਏਗੀ ਤੇ ਰਹਿਰਾਸ ਸਾਹਿਬ ਦਾ ਪਾਠ ਕਿਵੇਂ ਕਰੋਗੇ, ਜਪਜੀ ਸਾਹਿਬ ਦਾ ਪਾਠ ਕਿਵੇਂ ਕਰੋਗੇ, ਆਨੰਦ ਸਾਹਿਬ ਦਾ ਪਾਠ ਕਿਵੇਂ ਕਰੋਗੇ। ਬਾਣੀ ਕੰਠ ਕਰਨੀ ਜ਼ਰੂਰੀ ਹੈ, ਪਰ ਬਾਣੀ ਦੇ ਤੱਤਵ ਨੂੰ ਪਾਣਾ ਵੀ ਤੇ ਹੈ ਨਾ। ਇੱਕ ਬੜੀ ਮਨੋਹਰ ਕਥਾ ਕਹਾਣੀ ਕਹਿ ਲਓ, ਮਹਾਂਪੁਰਸ਼ ਸੁਣਾਉਂਦੇ ਸਨ, ਹੁਣ ਵੀ ਹੋਣਗੇ ਪਰ ਅਗਲੇ ਵੇਲੇ ਬਹੁਤ ਇਸ ਚੀਜ਼ ਦੀ ਚਰਚਾ ਸੀ। ਜਿਹੜੇ ਇਹ ਧਰਮ ਗ੍ਰੰਥਾਂ ਦਾ ਅਧਿਐਨ ਕਰ ਲੈਂਦੇ ਸਨ ਨਾ, ਉਹ ਫਿਰ ਯਾਤਰਾ 'ਤੇ ਨਿਕਲਦੇ ਸਨ, ਦੂਜੇ ਡੇਰਿਆਂ ਆਸ਼ਰਮਾਂ 'ਤੇ ਜਾਂਦੇ ਸਨ। ਉਹ ਕਹਿੰਦੇ ਸਨ ਤੁਹਾਡੇ ਨਾਲ ਵਿਚਾਰਾਂ ਕਰਨੀ ਹੈ, ਬਹਿਸ ਕਰਦੇ ਸਨ, ਅਰਥ ਕੱਢਦੇ ਸਨ, ਨਵੇਂ ਨਵੇਂ ਅਰਥ ਕੱਢ ਕੇ ਬਹਿਸ ਕਰਨੀ। ਅਤੇ ਜੇ ਸਾਹਮਣੇ ਵਾਲਾ ਨਾ ਪੂਰਾ ਉਤਰ ਸਕੇ ਬਹਿਸ ਵਿੱਚ, ਅਤੇ ਉਹਦੇ ਸਾਰੇ ਗ੍ਰੰਥ ਖੋਹ ਲੈਂਦੇ ਸਨ। ਇਹ ਰਿਵਾਜ ਸੀ ਉਸ ਵਕਤ। ਸੋ ਐਸਾ ਹੀ ਇੱਕ ਵਿਦਵਾਨ ਯਾਤਰਾ 'ਤੇ ਨਿਕਲਿਆ ਅਤੇ ਇਕੱਠੇ ਕਰਦੇ 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 ਉਹਨੇ ਊਂਠ ਲਾਦੇ ਲੋਕਾਂ ਦੇ ਗ੍ਰੰਥ ਖੋਹ ਖੋਹ ਕੇ ਲਿਆਇਆ, ਕਿਉਂਕਿ ਦਿਮਾਗ ਬੁੱਧੀ ਬੜੀ ਸ਼ਾਰਪ ਸੀ। ਐਸੇ ਐਸੇ ਅਰਥ ਕੱਢਦਾ ਸੀ ਬਾਣੀ ਦੇ, ਪੁਰਾਣੇ ਗ੍ਰੰਥਾਂ ਦੇ, ਉਪਨਿਸ਼ਦਾਂ ਦੇ, ਵੇਦਾਂ ਦੇ, ਸਿਮਰਤੀਆਂ ਦੇ, ਕਿ ਸਾਹਮਣੇ ਵਾਲਾ ਲਾਜਵਾਬ ਹੋ ਜਾਂਦਾ ਸੀ। ਉਹ ਕਰਦੇ 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 ਕਿਤੇ ਇੱਕ ਗੁਰਸਿੱਖ ਮਹਾਤਮਾ ਦੇ ਡੇਰੇ ਆ ਪਹੁੰਚਿਆ। ਰਾਤ ਆਰਾਮ ਕੀਤਾ, ਹੁਣ ਦੇਖ ਲਿਆ, ਪਤਾ ਲੱਗ ਗਿਆ ਵੀ ਇਹ ਤੇ ਚੱਕਰਵਰਤੀ ਗਿਆਨੀ ਬਣਿਆ ਫਿਰਦਾ ਹੈ। ਆਪਣੇ ਆਪ ਨੂੰ ਚੱਕਰਵਰਤੀ ਗਿਆਨੀ ਕਹਿੰਦੇ ਸਨ। ਸਵੇਰ ਹੋਈ, ਕਹਿੰਦਾ ਮਹਾਂਪੁਰਸ਼ਾਂ ਦੇ ਸਾਹਮਣੇ ਗਿਆ, ਕਹਿਣ ਲੱਗਾ ਮਹਾਂਪੁਰਸ਼ੋ ਤੁਹਾਡੇ ਨਾਲ ਕੁਝ ਵਿਚਾਰਾਂ ਕਰਨੀਆਂ ਨੇ, ਚਰਚਾ ਕਰਨੀ। ਮਹਾਂਪੁਰਸ਼ਾਂ ਨੇ ਕਿਹਾ ਲੰਗਰ ਪਾਣੀ ਛਕੋ ਬਾਬਾ ਜੀ, ਫਿਰ ਗੱਲ ਕਰਾਂਗੇ। ਲੰਗਰ ਪਾਣੀ ਛਕਾ ਦਿੱਤਾ। ਸੇਵਕਾਂ ਨੂੰ ਕਿਹਾ ਨਾ ਲੰਗਰ ਪਾਣੀ ਛਕਾ ਕੇ ਆਰਾਮ ਵਾਸਤੇ ਜਗ੍ਹਾ ਦੇ ਦਿਓ, ਅਸੀਂ ਕੋਈ ਬਹਿਸ ਨਹੀਂ ਕਰਨੀ, ਅਸੀਂ ਆਪਣੇ ਕਮਰੇ ਵਿੱਚ ਚੱਲੇ। ਉਹ ਜਾ ਕੇ ਆਪਣੀ ਸਿਮਰਨ ਸਾਧਨਾ 'ਚ ਬੈਠ ਗਏ। ਸ਼ਾਮਾਂ ਨੂੰ ਫਿਰ ਉਹਨੇ ਕਿਹਾ ਮਹਾਤਮਾ ਜੀ ਨਾਲ ਚਰਚਾ ਕਰਨੀ ਹੈ। ਜਿਸਲੇ 2 ਦਿਨ ਬੀਤ ਗਏ, ਤੀਜੇ ਦਿਨ ਕਹਿੰਦਾ ਫਿਰ ਨਹੀਂ ਕਰਨੀ ਤੇ ਸਾਰੇ ਗ੍ਰੰਥ ਮੈਨੂੰ ਦੇ ਦਿਓ। ਸੇਵਕ ਬੜੇ ਬੇਚੈਨ ਹੋਏ। ਉਹ ਬਾਬਾ ਜੀ ਪਾਸ ਗਏ, ਕਹਿਣ ਲੱਗੇ ਬਾਬਾ ਜੀ ਇਹ ਤੇ ਬੜਾ ਜਿੱਦ 'ਤੇ ਪੈ ਗਿਆ ਹੈ, ਅਤੇ ਕਹਿੰਦਾ ਨਹੀਂ ਬਹਿਸ ਕਰ ਸਕਦੇ, ਚਰਚਾ ਨਹੀਂ ਕਰ ਸਕਦੇ, ਅਤੇ ਆਪਣੀ ਹਾਰ ਮੰਨ ਲਓ ਅਤੇ ਗ੍ਰੰਥ ਸਾਰੇ ਆਪਣੇ ਮੈਨੂੰ ਚੁਕਾ ਦਿਓ। ਮਹਾਂਪੁਰਸ਼ਾਂ ਨੇ ਕਿਹਾ ਦੇ ਦਿਓ ਗ੍ਰੰਥ, ਅਸੀਂ ਬਹਿਸ ਨਹੀਂ ਕਰਨੀ, ਅਸੀਂ ਕਿਸੇ ਚਰਚਾ 'ਚ ਨਹੀਂ ਬਹਿਣਾ, ਅਸੀਂ ਕੋਈ ਆਪਣੇ ਹੰਕਾਰ ਪਿੱਛੇ ਤਪ ਸਾਧਨਾ ਨਾਮ ਅਭਿਆਸ ਨਹੀਂ ਕਰਦੇ, ਸਾਨੂੰ ਹੁਕਮ ਨਹੀਂ ਹੈ ਗੁਰਮਤਿ ਦਾ ਕਿਸੇ ਨਾਲ ਬਹਿਸ ਕਰਨੀ। ਸੇਵਕਾਂ ਨੂੰ ਬੜਾ ਮਾੜਾ ਲੱਗਾ। ਅਖੀਰ ਬੜੀਆਂ ਬੇਨਤੀਆਂ ਮਹਾਂਪੁਰਸ਼ਾਂ ਨੂੰ ਕੀਤੀਆਂ। ਮਹਾਂਪੁਰਸ਼ਾਂ ਨੇ ਕਿਹਾ ਸਵੇਰੇ ਗੱਲ ਕਰਾਂਗੇ। ਸਵੇਰ ਹੋਈ, ਸੇਵਕ ਗਏ, ਮਹਾਰਾਜ ਜੀ ਉਹ ਬੁਲਾ ਰਿਹਾ ਹੈ। ਕਹਿਣ ਲੱਗੇ ਭਾਈ ਜਾ ਕੇ ਪਹਿਲੇ ਉਹਨੂੰ ਪੁੱਛੋ ਕਿ ਉਹਨੇ ਜੋ ਵੀ ਜਾਣਿਆ ਪੜ੍ਹ ਕੇ ਜਾਣਿਆ ਕਿ ਜਾਣ ਕੇ ਪੜ੍ਹਿਆ। ਜੋ ਕੁਛ ਵੀ ਉਸਨੇ ਜਾਣਿਆ ਹੈ ਉਹ ਪੜ੍ਹ ਕੇ ਜਾਣਿਆ ਹੈ ਕਿ ਜਾਣਨ ਤੋਂ ਬਾਅਦ ਪੜ੍ਹਿਆ ਹੈ। ਹੁਣ ਸਮਝ ਨਹੀਂ ਆਈ।
सेवक गए, महाराज महापुरुषों ने एक सवाल रखा है, कहते पहले ਇਹਦਾ जवाब दे ਦਿਓ फिर आवांगे ਤੁਹਾਡੇ ਨਾਲ चर्चा ਕਰਨ। ਉਹਨੇ ਕਿਹਾ ਸਵਾਲ ਰੱਖਿਆ, ਉਹ ਕਹਿੰਦਾ ਕੀ ਸਵਾਲ ਹੋਇਆ, ਜਾਣ ਕੇ ਪੜ੍ਹਿਆ ਕਿ ਪੜ੍ਹ ਕੇ ਜਾਣਿਆ, ਇਹਦੇ ਨਾਲ ਕੀ ਫਰਕ ਪੈਂਦਾ। ਉਹਨਾਂ ਨੂੰ ਬੁਲਾਓ, ਨਹੀਂ ਤਾਂ ਗ੍ਰੰਥ ਦੇ ਦਿਓ। ਫਿਰ ਆਪਣੀ ਜਿੱਤ 'ਤੇ ਆ ਗਿਆ। ਮਹਾਂਪੁਰਸ਼ਾਂ ਨੇ ਕਿਹਾ ਭਾਈ ਉਹਨੂੰ ਜਾ ਕੇ ਕਹੋ, ਜੇ ਤੇ ਤੂੰ ਪੜ੍ਹ ਕੇ ਜਾਣਿਆ ਹੈ ਤੇ ਤੇਰਾ ਜਾਣਿਆ ਬੇਕਾਰ, ਤੇ ਤੂੰ ਜਾਣ ਕੇ ਪੜ੍ਹਿਆ ਹੈ ਤੇ ਤੇਰਾ ਪੜ੍ਹਿਆ ਬੇਕਾਰ। ਜੇ ਤੂੰ ਪੜ੍ਹ ਕੇ ਜਾਣਿਆ ਹੈ ਫਿਰ ਤੇਰਾ ਜਾਣਿਆ ਬੇਕਾਰ ਹੈ, ਕਿਉਂਕਿ ਤੂੰ ਜਾਣਿਆ ਤਾਂ ਹੈ ਹੀ ਨਹੀਂ, ਤੂੰ ਤਾਂ ਪੜ੍ਹਿਆ ਜੋ ਦੁਹਰਾ ਰਿਹਾ ਬਸ, ਤੇਰਾ ਅਨੁਭਵ ਤਾਂ ਕਿਤੇ ਪਹੁੰਚਿਆ ਹੀ ਨਹੀਂ। ਤੇ ਜੇ ਤੂੰ ਜਾਣ ਕੇ ਪੜ੍ਹਿਆ ਹੈ ਫਿਰ ਪੜ੍ਹਨ ਦੀ ਲੋੜ ਕੀ ਸੀ, ਜੇ ਜਾਣ ਹੀ ਲਿਆ ਤੇ। ਇਸ ਲਈ ਇਹ ਸਵਾਲ ਜਾ ਕੇ ਜਵਾਬ ਦਿੱਤਾ ਤੇ ਫਿਰ ਉਹਨੇ ਮੱਥਾ ਉੱਥੇ ਹੀ ਟੇਕ ਦਿੱਤਾ, ਆਪਣੇ ਵੀ ਗ੍ਰੰਥ ਉੱਥੇ ਛੋੜ ਕੇ ਨਮਸਕਾਰ ਕਰਕੇ ਚਲਾ ਗਿਆ। ਸੋਝੀ ਆ ਗਈ। ਇਹ ਗਿਆਨ ਹੰਕਾਰ ਦੀ ਗੱਲ ਹੈ, ਹੰਕਾਰ ਨੂੰ ਤਾਂ ਖਤਮ ਕਰਦਾ ਗਿਆਨ, ਹੰਕਾਰ ਨੂੰ ਤਾਂ ਜਲਾ ਕੇ ਰਾਖ ਕਰ ਦਿੰਦਾ ਗਿਆਨ। ਬਟ ਅੱਜ ਇਸ ਗੱਲ ਦਾ ਵੀ ਹੰਕਾਰ ਹੈ ਕਿ ਬੜੀ ਬਾਣੀ ਕੰਠ ਹੈ, ਲੋਕੀ ਸੇਵਾਦਾਰ ਹੀ ਚੈਨ ਨਹੀਂ ਲੈਣ ਦਿੰਦੇ। ਬੜਾ ਗਿਆਨ ਹੈ ਜੀ, ਬੜੇ ਵੱਡੇ ਗਿਆਨੀ ਨੇ, ਬੜੀ ਬਾਣੀ ਕੰਠ ਹੈ, ਬੜੇ ਸ਼ਾਸਤਰ ਕੰਠ ਨੇ, ਪੂਰੀ ਗੀਤਾ ਕੰਠ ਹੈ। ਉਹ ਕੰਠ ਤੇ ਹੈ ਪਰ ਅੰਦਰ ਕੀ ਪਹੁੰਚ ਉਤਰਿਆ ਹੈ ਪਿਆਰੀ ਸਾਧ ਸੰਗਤ। ਸਵਾਲ ਤੇ ਇਸ ਗੱਲ ਦਾ, ਤਾਨ ਹੁੰਦੇ ਰਹੇ ਨਿਤਾਨਾ, ਮਾਨ ਹੁੰਦੇ ਰਹੇ ਨਿਮਾਨਾ। ਆਣੀ ਤੇ ਨਿਮਰਤਾ ਸਾਦਗੀ ਚਾਹੀਦੀ ਸੀ ਅੰਦਰ, ਤੇ ਅੰਦਰ ਹੰਕਾਰ ਹੋ ਗਿਆ। ਚਰਚਾ ਕਰੋ ਜੀ। ਸੋ ਉਹ ਜ਼ਿਕਰ ਕਰਦੇ ਪਾਤਸ਼ਾਹ ਕਹਿੰਦੇ ਨੇ, ਐਸੇ ਪੜ੍ਹਨ ਸੁਣਨ ਦਾ ਕੋਈ ਲਾਭ ਨਹੀਂ, ਖਾਲੀ ਮਨ ਦਾ ਹੰਕਾਰ ਹੈ, ਮਨ ਦੀਆਂ ਬਿਰਤੀਆਂ ਖਿੰਡਾਉਣ ਦਾ ਸਾਧਨ ਬਣ ਜਾਂਦਾ ਹੈ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਕਿਉਂਕਿ ਤਤ ਤੇ ਜਾਣਿਆ ਹੀ ਨਹੀਂ, ਉਹ ਤੇ ਖਾਲੀ ਪੜ੍ਹਨ ਤੇ ਯਾਦ ਕਰਨ ਵਿੱਚ ਹੀ ਰਹਿ ਗਏ। ਉਹਦੇ ਵਿੱਚੋਂ ਗੱਲ ਤੇ ਤਤ ਦੀ ਲੈਣੀ ਸੀ। ਨਾਨਕ ਲੇਖੇ ਇੱਕ ਗੱਲ, ਜੇ ਹੋਮ ਸਭ ਹੋਵੇਂ ਚਖਣਾ ਚਾਕ। ਪੜ ਪੜ ਗੱਡੀ ਲਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੜੀਏ ਖਾਤ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ, ਹੋਰ ਹੋਵੇਂ ਚਖਣਾ ਚਾਕ। ਬਾਕੀ ਤੇ ਸਭ ਹੋਵੇਂ ਹੀ ਹੈ। ਇੰਨਾ ਪੜ ਪੜ ਕੇ ਗੱਡੀਆਂ ਲੱਦ ਲਈਆਂ, ਖੱਤ ਭਾਵ ਗੁਦਾਮ ਭਰ ਲਏ, ਖਾਤੇ ਜਿਹਨੂੰ ਕਹਿੰਦੇ, ਅੱਗੇ ਗੁਦਾਮ ਨੂੰ ਕਹਿੰਦੇ ਖਾਤਾ ਹੈ। ਅੱਜ ਵੀ ਗੁਜਰਾਤ ਵੱਲ ਚਲੇ ਜਾਓ, ਸਾਡੇ ਖਾਤੇ 'ਚ ਇੰਨਾ ਮਾਲ ਪਿਆ ਹੈ, ਖਾਤਾ ਕਹਿੰਦੇ। ਭਾਸ਼ਾ ਕਹਿੰਦੇ ਕੀ ਲਾਭ ਹੈ, ਬੇੜੀਆਂ ਦੀਆਂ ਬੇੜੀਆਂ 'ਚ ਗ੍ਰੰਥ ਲੱਦ ਕੇ ਤੁਰ ਪਏ ਦੇਸ਼ ਰਟਨ ਨੂੰ, ਜਾ ਕੇ ਬਹਿਸਾਂ ਕਰਨੀਆਂ। ਨਹੀਂ, ਜੇ ਅੰਦਰ ਗਿਆਨ ਨਹੀਂ ਵਸਿਆ, ਅੰਦਰ ਪ੍ਰਭੂ ਦਾ ਨਾਂ ਨਹੀਂ ਵਸਿਆ, ਅੰਦਰ ਲਿਵ ਨਹੀਂ ਜੁੜੀ, ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਹੋਰ ਹੋਵੇਂ ਚਖਣਾ ਝਾਕ। ਨਾਨਕ ਲੇਖੇ ਇੱਕ ਗੱਲ, ਲੇਖੇ ਤੇ ਇੱਕ ਗੱਲ ਹੈ ਕਿ ਨਾਮ ਕਿੰਨਾ ਕੁ ਅੰਦਰ ਵਸ ਗਿਆ। ਪ੍ਰੇਰਨਾ ਤੇ ਇਹ ਗ੍ਰੰਥ ਪੜ੍ਹ ਕੇ ਲੈਣੀ ਸੀ ਕਿ ਨਾਮ ਅੰਦਰ ਵਸ ਜਾਏ, ਨਾਮ ਵਿੱਚ ਲਿਵ ਜੋੜਨੀ ਸੀ। ਗ੍ਰੰਥ ਪੜ੍ਹ ਪੜ੍ਹ ਕੇ ਜੀਵਨ ਦੇ ਸਾਰ ਨੂੰ ਜਾਣਨਾ ਸੀ ਕਿ ਇਹ ਜੋ ਜੀਵਨ ਹੈ, ਇਹ ਜੋ ਸੰਸਾਰ ਹੈ, ਇਹ ਮਿਟ ਜਾਣ ਵਾਲਾ ਹੈ। ਤੱਤਵ ਇੱਕੋ ਹੀ ਹੈ, ਨਾਮ। ਤੇ ਨਾਮ ਵਿੱਚ ਲਿਵ ਜੋੜ ਕੇ ਇਸ ਭਵਜਲ ਸਾਗਰ ਤੋਂ ਪਾਰ ਹੋ ਕੇ ਉਸ ਕਰਤੇ ਵਿੱਚ ਇੱਕ ਮਿਕ ਹੋ ਜਾਣਾ ਸੀ। ਪਰ ਉਹ ਤੇ ਕੀਤਾ ਨਹੀਂ। ਤੇ ਪਾਤਸ਼ਾਹ ਹੁਣ ਤੀਜੇ ਪਾਤਸ਼ਾਹ ਇਸ ਪੌੜੀ ਸਮਝਾ ਰਹੇ ਹਨ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਝੋ। ਕਿਉਂਕਿ ਨਾਮ ਦਿੰਦਾ ਗੁਰੂ, ਗੁਰੂ ਨਾਮ ਦਿੰਦਾ ਹੈ। ਉਸ ਨਾਮ ਦੇ ਅਭਿਆਸ ਤੋਂ ਤत्व ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉਹਦੇ ਬਿਨਾਂ ਗਿਆਨ ਹੋ ਨਹੀਂ ਸਕਦਾ। ਤਤੈ ਸਾਰ ਨਾ ਜਾਣੀ ਗੁਰੂ ਬਾਝੋ, ਤਤੈ ਸਾਰ ਨਾ ਜਾਣੀ। ਤੇ ਸੰਸਾਰ ਦੀ ਅਵਸਥਾ ਦਾ ਜ਼ਿਕਰ ਕਰਦੇ ਮੇਰੇ ਮਾਲਕ ਕਹਿ ਰਹੇ ਹਨ, ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਤੇਹੀ ਗੁਣੀ ਮਾਇਆ, ਅੱਗੇ ਵੀ ਜ਼ਿਕਰ ਹੈ, ਰਜਗੁਣ, ਤਮਗੁਣ, ਸਤਗੁਣ। ਇਹ ਤਿੰਨ ਮਾਇਆ ਦੇ ਗੁਣ ਹਨ।
ਇਹਨਾਂ ਦੇ ਗੁਣਾਂ ਦੇ ਵਿੱਚ ਭਰਮ ਜਾਲ ਵਿੱਚ ਮਾਇਆ ਭਾਵ ਮਾਇਆ ਦੇ ਭਰਮ ਜਾਲ ਵਿੱਚ ਸੰਸਾਰ ਜੋ ਹੈ ਉਹ ਭਰਮ ਦੀ ਨੀਂਦਰ ਵਿੱਚ ਸੁੱਤਾ, ਭਰਮ ਸੁੱਤਾ, ਸੁੱਤਿਆ ਰਹਿਣ ਵੀ ਹਾਨੀ। ਅਸੀਂ ਜੋ ਹਾਂ ਚਾਹੇ ਆਪਣੇ ਆਪ ਨੂੰ ਕਹਿੰਦੇ ਹਾਂ ਜਾਗਦੇ ਪਏ ਹਾਂ, ਜਾਗਦੇ ਕੋਈ ਨਹੀਂ ਪਏ, ਖਾਲੀ ਅੱਖਾਂ ਖੁੱਲੀਆਂ ਨੇ, ਸੰਸਾਰ ਹੀ ਦਿਖਾਈ ਦੇ ਰਿਹਾ, ਕਰਤਾਰ ਕਿੱਥੇ ਦਿਖਾਈ ਦੇ ਰਿਹਾ। ਜੋ ਰਚਨਹਾਰ ਆਪਣੀ ਖਲਕਤ ਵਿੱਚ ਸਮਾਇਆ ਹੈ। ਫਿਰ ਕਬੀਰ ਸਾਹਿਬ ਦੇ ਸ਼ਬਦ ਦਾ ਧਿਆਨ ਕਰੋ ਕਿ ਕਬੀਰ ਸਾਹਿਬ ਕੀ ਕਹਿੰਦੇ ਨੇ, ਖਲਕ ਮਿਆਨੇ, ਉਹ ਖਲਕ ਵਿੱਚ ਵਸਿਆ ਹੈ। ਅਸਮਾਨ ਮਿਆਨੇ ਲੰਘ ਦਰਿਆ ਗੁਸਲ ਕਰਦਨ ਬੂਦ, ਕਲ ਫਕਰ ਫਕਰ ਦਾਇਮ ਲਾਏ ਚਸ਼ਮੇ ਜਹਾਂ ਤਹਾਂ ਮੌਜੂਦ। ਬੰਦੇ ਖੋਜ ਦਿਲ ਹਰ ਰੋਜ਼, ਖੋਜ ਤੇ ਆਪਣੇ ਮਨ ਨੂੰ ਖੋਜ, ਆਪਣੇ ਹਿਰਦੇ ਘਰ ਵਿੱਚ ਡੁਬਕੀ ਲਗਾ ਇਸ਼ਨਾਨ ਕਰ, ਫਕੀਰੀ ਦਾ ਜਾਮਾ ਪਾ, ਭਾਵ ਭਗਤੀ ਵਿੱਚ ਜੁੜ, ਪ੍ਰੇਮ ਵਿੱਚ ਜੁੜ, ਪ੍ਰੇਮਾ ਭਾਵ ਚ ਆ ਕੇ ਨਾਮ ਜਪ, ਆਪਣੇ ਅੰਦਰੋਂ ਹੀ ਖੋਜ ਲੈ। ਗੁਰਦੇਵ ਕਹਿੰਦੇ ਨੇ ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਨੀ। ਹੈ ਤਾਂ ਫਿਰ ਜੀਵਨ ਦੀ ਰਾਤਰੀ, ਤੇ 4 ਪਹਿਰ ਰਾਤਰੀ ਹੈ ਪਰਮੇਸ਼ਰ ਦੇ ਘਰੋਂ, ਤੇ ਸਾਨੂੰ 4 ਪਹਿਰ ਰਾਤਰੀ ਮਿਲੀ ਹੈ। 4 ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਅਸੀਂ ਵਣਜਾਰਿਆਂ ਵਾਂਗਰ ਇਸ ਦੁਨੀਆ ਵਿਚਕਾਰ 4 ਪਹਿਰ ਆਪਣੀ ਜੀਵਨ ਦੀ ਰਾਤਰੀ ਬਿਤਾ ਕੇ ਆਏ ਹਾਂ। ਬਸ ਪਹਿਲਾ ਪਹਿਰ ਬੀਤ ਗਿਆ ਮਾਂ ਦੇ ਗਰਭ ਵਿੱਚ, ਦੂਜਾ ਬੀਤ ਗਿਆ ਬਾਲ ਅਵਸਥਾ ਵਿੱਚ, ਤੀਜਾ ਜਵਾਨੀ, ਤੇ ਚੌਥਾ ਬੁਢਾਪਾ, ਤੇ ਫਿਰ ਚੱਲ ਸੋ ਚੱਲ। ਪਾਤਸ਼ਾਹ ਕਹਿੰਦੇ ਨੇ ਤਿਨੀ ਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਨੀ, ਗੁਰ ਕਿਰਪਾ ਤੇ ਸੇਜਨ ਜਾਗੇ। ਪਰ ਐਸੇ ਨੇ ਜਿਹੜੇ ਸੁੱਤਿਆਂ ਵੀ ਜਾਗਦੇ ਨੇ, ਉਹ ਸੁੱਤਿਆਂ ਵੀ ਜਾਗਦੇ, ਅਸੀਂ ਜਾਗਦੇ ਵੀ ਸੁੱਤੇ ਹਾਂ, ਤੇ ਗੁਰੂ ਦੇ ਪਿਆਰ ਵਾਲੇ ਸੁੱਤੇ ਵੀ ਜਾਗਦੇ ਨੇ। ਉਹ ਸੁੱਤਿਆਂ ਵੀ ਨਾਮ ਚੱਲ ਰਿਹਾ ਅੰਦਰ, ਨਾਮ ਦੀ ਕਮਾਈ ਚੱਲ ਰਹੀ ਅੰਦਰ, ਨਾਮ ਰਵਾਨੀ ਚੱਲ ਰਿਹਾ ਅੰਦਰ, ਲਿਪ ਜੁੜੀ ਹੋਈ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲ ਹੈ ਅੰਮ੍ਰਿਤ ਬਾਣੀ। ਉਹ ਕੇਵਲ ਤੇ ਕੇਵਲ ਉਸ ਸੱਚੇ ਦੀਆਂ ਵਡਿਆਈਆਂ ਦੇ ਗੀਤ ਗਾਉਂਦੇ ਨੇ, ਉਹ ਅੰਮ੍ਰਿਤ ਬਾਣੀ ਬੋਲਦੇ ਨੇ। ਬਾਣੀ ਉਚਰੇ ਸਾਧ ਜਨ, ਅਮਿਓ ਚੱਲੇ ਚਰਨੇ। ਜਦੋਂ ਵਚਨ ਕਰਦੇ ਨਾ, ਇੰਝ ਲੱਗਦਾ ਜਿਵੇਂ ਅੰਮ੍ਰਿਤ ਬਰਸ ਰਿਹਾ ਉਤੋਂ। ਉਹਨਾਂ ਦੇ ਬਚਨਾਂ ਵਿੱਚ ਇਤਨੀ ਮਿਠਾਸ, ਇਤਨੀ ਸ਼ਕਤੀ, ਇਤਨਾ ਬਲ, ਇਤਨੀ ਬਰਕਤ ਹੁੰਦੀ ਹੈ। ਪਾਤਸ਼ਾਹ ਕਹਿੰਦੇ ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਅੰਤਸ਼ਕਰਨ ਵਿੱਚ ਪ੍ਰਭੂ ਵਸ ਗਿਆ, ਹਰ ਮਨ ਵਸਿਆ, ਬੋਲ ਹੈ ਅੰਮ੍ਰਿਤ ਬਾਣੀ। ਉਹ ਅੰਮ੍ਰਿਤ ਬਾਣੀ ਬੋਲ ਰਹੇ ਨੇ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅੰਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਨੀ। ਐਸੇ ਫਿਰ ਮਹਾਂਪੁਰਸ਼ਾਂ ਨੂੰ ਤਤਵ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅੰਦਿਨ ਹਰ ਲਿਵ ਲਾਗੇ, ਜਿਨ੍ਹਾਂ ਨੂੰ ਦਿਨ ਰਾਤ, ਅੰਦਿਨ ਭਾਵ ਦਿਨ ਰਾਤ ਪ੍ਰਭੂ ਦੇ ਚਰਨਾਂ ਵਿੱਚ ਉਹਨਾਂ ਦੀ ਲਿਵ ਜੁੜ ਗਈ, ਨਾਮ ਵਿੱਚ ਜਿਨ੍ਹਾਂ ਦੀ ਲਿਵ ਜੁੜ ਗਈ, ਅੰਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਨੀ। ਉਹਨਾਂ ਦੀ ਤੇ ਫਿਰ ਸਮਝੋ ਰਾਤ ਜਾਗਦਿਆਂ ਹੀ ਬੀਤਦੀ ਹੈ। ਭਾਵ ਜੀਵਨ ਰੂਪੀ ਜਾਤ, ਦੇ ਲਿਵ ਇਨ ਅਵੇਅਰਨੈਸ, ਸਟੇਟ ਆਫ ਅਵੇਅਰਨੈਸ। ਅਸੀਂ ਬੇਹੋਸ਼ੀ ਦੀ ਨੀਂਦ ਸੁੱਤੇ ਪਏ ਹਾਂ, ਜਾਗਦੇ ਵੀ ਬੇਹੋਸ਼ੀ 'ਚ ਹਾਂ। ਜੋ ਨਹੀਂ ਖਾਣ ਜੋਗੋ ਖਾ ਰਹੇ ਹਾਂ, ਜੋ ਨਹੀਂ ਬੋਲਣ ਜੋਗੋ ਬੋਲ ਰਹੇ ਹਾਂ, ਜੋ ਨਹੀਂ ਕਰਨ ਜੋਗੋ ਕਰ ਰਹੇ ਹਾਂ। ਵੀ ਆਰ ਇਨ ਏ ਸਲੀਪ ਸਟੇਟ। ਤੇ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਜੁੜੀਆਂ ਰੂਹਾਂ ਹੁੰਦੀਆਂ, ਉਹ ਜਾਗਦਿਆਂ ਵੀ ਸੁੱਤਿਆਂ ਵੀ ਜਾਗ ਰਹੇ ਨੇ। ਅਵੇਅਰਨੈਸ ਜਿਹਨੂੰ ਕਹਿੰਦੇ ਅਵੇਅਰਨੈਸ। ਗੁਰਦੇਵ ਕਿਰਪਾ ਕਰਦੇ ਹਨ, ਅਗਲੀ ਪੌੜੀ 'ਚ ਹੋਰ ਖੋਲ ਕੇ ਸਮਝਾ ਰਹੇ ਹਨ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਸਾਨੂੰ ਹਲੂਣਾ ਦੇ ਰਹੇ ਨੇ ਕਿ ਇਹ ਜੀਵ 9 ਮਹੀਨੇ ਤੂੰ ਮਾਂ ਦੀ ਕੁੱਖ ਖਿੱਚ ਰਿਹਾ, ਭੱਠੀ ਵਾਂਗ ਕੁੱਖ ਤਪਦੀ ਪਈ ਸੀ। ਕਿੰਨਾ ਟੈਂਪਰੇਚਰ ਹੁੰਦਾ ਹੈ। ਨਾਰਮਲ ਇਨਸਾਨ ਦਾ ਥਰਮਾਮੀਟਰ ਲਾ ਕੇ ਦੇਖਿਆ, ਅੰਦਰ ਦਾ ਟੈਂਪਰੇਚਰ 97.5 ਹੁੰਦਾ।
माता के उदर में प्रतिपाल करे, सो क्यों मन विसारी है। जिन्हें उस अग्नि विच तू पुट्ठा लटकिया सा, सोचते सही ਐਵੇਂ ਨਹੀਂ। ਮਾਂ ਦੇ ਗਰਭ ਵਿੱਚ ਜਿਹੜਾ ਪਾਣੀ ਹੁੰਦਾ ਨਾ, ਜਿਵੇਂ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਨਾ, ਇਸ ਤਰ੍ਹਾਂ ਖਾਰਾ ਪਾਣੀ ਹੁੰਦਾ ਔਰ ਅੱਗ ਹੁੰਦੀ ਹੈ। ਸਾਨੂੰ ਤੇ ਹੁਣ ਭੁੱਲ ਗਿਆ ਨਾ, ਪਰ ਜਿਨ੍ਹਾਂ ਨੇ ਲਿਵ ਜੋੜੀ ਹੈ ਉਹਨਾਂ ਨੂੰ ਅੰਦਰ ਦੇ ਹਾਲਾਤ ਪਤਾ ਨਹੀਂ। ਅੱਜ ਤੇ ਸਾਇੰਸ ਵੀ ਦੱਸਦੀ ਹੈ ਸਾਰੀਆਂ ਗੱਲਾਂ। ਤੇ ਕਦੀ ਸਮੁੰਦਰ ਦੇ ਖਾਰਾ ਪਾਣੀ ਇੱਕ ਗਲਾਸ ਲੈ ਕੇ ਉਹਦੇ 2-3 ਘੰਟੇ ਆਪਣੀ ਉਂਗਲੀ ਰੱਖ ਕੇ ਤੇ ਦੇਖੋ, ਪਤਾ ਲੱਗ ਜਾਏਗਾ ਉਂਗਲੀ ਦਾ ਕੀ ਹਾਲ ਹੁੰਦਾ। ਤੇ ਉਹ ਜਿਹੜਾ ਕੋਮਲ ਜੀਵ, ਛੋਟਾ ਜਿਹਾ ਬੱਚਾ ਪੁੱਠਾ ਲਟਕਿਆ ਪਿਆ, ਉਹਨੂੰ ਕੌਣ ਤਿੰਨ ਕਮਨ ਖਿਲਾਵੇ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਹਰ ਪੱਖੋਂ ਉਹਦੀ ਰਕਸ਼ਾ ਵੀ ਕਰਦਾ, ਉਹਨੂੰ ਭੋਜਨ ਵੀ ਦੇ ਰਿਹਾ। ਸੋ ਕਿਉਂ ਮਨੋ ਵਿਸਾਰੀ, ਐਡੇ ਵੱਡੇ ਦਾਤੇ ਨੂੰ ਤੂੰ ਕਿਵੇਂ ਵਿਸਾਰ ਸਕਣਾ ਹੈ। ਮਨੋ ਕਿਉਂ ਵਿਸਾਰੀਏ ਵੱਡ ਦਾਤਾ, ਜੇ ਅਗਨ ਮੈਂ ਹਾਰ ਪਹੁੰਚਾਵੇ। ਉੱਥੇ ਕੋਈ ਮਾਂ ਥੋੜੀ ਦੁੱਧ ਪਿਲਾ ਰਹੀ ਹੈ, ਪਰਮੇਸ਼ਰ ਦੁੱਧ ਪਿਲਾ ਰਿਹਾ, ਪਰਮੇਸ਼ਰ ਲੋਰੀ ਦੇ ਰਿਹਾ ਹੈ, ਪਰਮੇਸ਼ਰ ਪ੍ਰਤਪਾਲਨਾ ਕਰ ਰਿਹਾ ਹੈ, ਪਰਮੇਸ਼ਰ ਰਕਸ਼ਾ ਕਰ ਰਿਹਾ ਹੈ। ਮਨੋ ਕਿਉਂ ਵਿਸਾਰੀਏ ਵੱਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਬਲਦੀ ਅੱਗ ਵਿੱਚ, ਮਾਂ ਦੇ ਪੇਟ ਵਿੱਚ ਜਠਰ ਅਗਨੀ, ਬਲਦੀ ਅਗਨੀ ਵਿੱਚ ਤੇਰੀ ਰਕਸ਼ਾ ਕਰ ਰਿਹਾ ਹੈ, ਤੈਨੂੰ ਆਹਾਰ ਪਹੁੰਚਾ ਰਿਹਾ ਹੈ, ਤੇਰਾ ਜੀਵਨ ਦੀ ਸਾਰ ਸੰਭਾਲ ਕਰ ਰਿਹਾ ਹੈ। ਉਸ ਨੂੰ ਕਿਉਂ ਪੋ ਨਾ ਸਕੇ, ਜਿਸ ਨੂੰ ਆਪ ਨਹੀਂ ਲਿਵ ਲਾਵੇ। ਇੱਥੇ ਭਾਵ ਹੈ ਕਿ ਉਹ ਬੱਚੇ ਦੀ ਲਿਵ ਪਰਮੇਸ਼ਰ ਨਾਲ ਜੁੜੀ ਹੁੰਦੀ ਹੈ, ਤਾਂ ਕਰਕੇ ਉਹਦਾ ਫਿਰ ਰਕਸ਼ਾ ਹੁੰਦੀ ਹੈ। ਤੇ ਐਸੇ ਜੀਵ ਨੂੰ ਫਿਰ ਪਾਤਸ਼ਾਹ ਕਹਿੰਦੇ ਨੇ ਕੋਈ ਸ਼ਕਤੀ ਉਹਨੂੰ ਸਤਾ ਨਹੀਂ ਸਕਦੀ, ਉਹਦਾ ਨੁਕਸਾਨ ਨਹੀਂ ਕਰ ਸਕਦੀ। ਤੇ ਉਸ ਨੂੰ ਕਿਉਂ ਪਹੁ ਨਾ ਸਕੀ, ਜਿਸ ਨੂੰ ਆਪ ਨਹੀਂ ਲਿਵ ਲਾਵੇ। ਤੇ ਜਿਹੜਾ ਜੀਵਨ ਕਾਲ ਵਿੱਚ ਪ੍ਰਭੂ ਨਾਲ ਲਿਵ ਜੋੜ ਲਏਗਾ, ਜੇ ਬੱਚੇ ਨੂੰ ਮਾਂ ਦੇ ਗਰਭ ਵਿੱਚ ਸੰਭਾਲਿਆ ਪ੍ਰਭੂ ਨੇ, ਤੇ ਕਿਆ ਤੈਨੂੰ ਜੀਂਦੇ ਜੀ ਜਗਤ ਵਿੱਚ ਨਹੀਂ ਸੰਭਾਲੇਗਾ। ਤੂੰ ਹੀ ਉਸ ਤੋਂ ਦੂਰ ਭੱਜਦਾ, ਉਹ ਤੇ ਤੇਰੀ ਉਂਗਲੀ ਛੱਡ ਕੇ ਰਾਜੀ ਨਹੀਂ, ਤੂੰ ਹੀ ਛੁਡਾ ਕੇ ਦੌੜਦਾ। ਆਪ ਨੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ। ਪਰ ਇਹ ਲਿਵ ਜਿਹੜੀ ਹੈ ਨਾ, ਸੌਖੀ ਨਹੀਂ ਜੁੜਦੀ। ਜਿਸ 'ਤੇ ਉਹ ਆਪ ਕਿਰਪਾ ਕਰਦਾ, ਜਿਸ ਦੀ ਪੂਰਬਲੇ ਜਨਮਾਂ ਦੀ ਕਮਾਈਆਂ ਹੁੰਦੀਆਂ ਨੇ, ਇਸ ਜੀਵਨ ਵਿੱਚ ਆ ਕੇ ਫਿਰ ਲਿਵ ਉਸੇ ਦੀ ਜੁੜਦੀ। ਉਹੀ ਫਿਰ ਮਹਾਂਪੁਰਸ਼ ਅਖਵਾਉਂਦੇ ਨੇ, ਕਹੇ ਨਾਨਕ ਏ ਵੱਡ ਦਾਤਾ, ਸੋ ਕਿਉਂ ਮਨੋ ਵਿਸਾਰੀ। ਪਾਤਸ਼ਾਹ ਕਹਿੰਦੇ ਨੇ ਇੱਤਾ ਵੱਡਾ ਦਾਤਾ ਹੈ, ਤੇ ਫਿਰ ਉਹਨੂੰ ਕਿਉਂ ਮਨੋ ਵਿਸਾਰੀ ਬੈਠੇ ਹੋ ਭਾਈ। ਉਸ ਨਾਲ ਜੁੜੋ ਤੇ ਜਪੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਵਿੱਚ ਲਿਵ ਜੋੜੋ, ਨਾਮ ਵਿੱਚ ਲਿਵ ਜੋੜੋ। ਅਬ ਕਲੂ ਆਇਓ ਰੇ ਏਕ ਨਾਮ ਬੋ ਬੋ ਬੋ, ਅਬ ਕਲੂ ਆਇਓ ਰੇ ਏਕ ਨਾਮ ਬੋ ਬੋ ਬੋ। ਨਾਮ ਵਿੱਚ ਲਿਵ ਜੋੜੋ ਤੇ ਸਾਰੇ ਕਾਰਜ ਸੁਤੇ ਸੰਪੰਨ ਹੋਣਗੇ। ਅਸੀਸ ਰੂਪੀ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।